ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਕਿਸਾਨੀ ਤੇ ਜਵਾਨੀ ਹਮੇਸ਼ਾ ਚਿੰਤਾ ਦਾ ਵਿਸ਼ਾ ਰਹੀਆਂ ਨੇ। ਆਜ਼ਾਦੀ ਤੋਂ ਬਾਅਦ ਕਿਸਾਨੀ ਦੀ ਹਾਲਤ ਬੇਹੱਦ ਤਰਸਯੋਗ ਹੀ ਰਹੀ ਹੈ। ਬੇਸ਼ੱਕ ਆਧੁਨਿਕ ਯੁੱਗ ਆ ਗਿਆ ਹੈ, ਮਸ਼ੀਨੀ ਯੁੱਗ ਆ ਗਿਆ ਹੈ, ਪਰ ਕਿਸਾਨੀ ਦੀ ਕਿਸਮਤ ਨਹੀਂ ਪਲਟੀ। ਕਿਸਾਨ ਅੰਦੋਲਨ ਵੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਚੱਲ ਰਿਹਾ ਹੈ। ਲਗਾਤਾਰ ਕਿਸਾਨੀ ਦੇ ਲਈ ਅੰਦੋਲਨ ਕੀਤੇ ਗਏ ਨੇ। ਕਿਸਾਨਾਂ ਦੇ ਵੱਲੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਸੜਕਾਂ 'ਤੇ ਆ ਕੇ ਰੋਸ ਜ਼ਾਹਿਰ ਜਿਹੜੇ ਨੇ ਕੀਤੇ ਜਾਂਦੇ ਰਹੇ ਨੇ। ਪਰ ਕਿਸਾਨੀ ਅੰਦੋਲਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਅੰਦੋਲਨ ਹੈ ਬਹੁਤ ਵੱਡੇ ਪੱਧਰ 'ਤੇ ਗਿਆ ਹੈ ਔਰ ਇਸ ਅੰਦੋਲਨ ਨੂੰ ਤੋੜਨ ਦੇ ਲਈ ਜਿਹੜੀਆਂ ਗਤੀਵਿਧੀਆਂ ਨੇ ਉਹ ਵੀ ਆਰੰਭੀਆਂ ਗਈਆਂ ਨੇ। ਕੁਝ ਸਾਜ਼ਿਸ਼ਾਂ ਵੀ ਮੰਨਿਆ ਜਾ ਰਿਹਾ ਹੈ, ਬਦਕਿਸਮਤੀ ਵੀ ਮੰਨਿਆ ਜਾ ਰਿਹਾ ਹੈ। ਜਿਹੜੇ ਲੋਕ ਇਸ ਅੰਦੋਲਨ ਨਾਲ ਸਿੱਧੇ ਜਾਂ ਸਿੱਧੇ ਤੌਰ 'ਤੇ ਜੁੜੇ ਹੋਏ ਸਨ, ਉਹਨਾਂ ਦਾ ਕਿਤੇ ਨਾ ਕਿਤੇ ਜ਼ਰੂਰ ਦਿਲ ਟੁੱਟਿਆ ਹੈ, ਕਿਤੇ ਨਾ ਕਿਤੇ ਦੁੱਖ ਜ਼ਰੂਰ ਹੋਇਆ ਹੈ ਕਿ ਇਸ ਲਹਿਰ ਨੂੰ, ਜੋ ਲਹਿਰ ਆਪਣੇ ਰਸਤੇ ਵਿੱਚ ਆਉਣ ਵਾਲੀ ਹਰੇਕ ਔਕੜ ਨੂੰ ਵਹਾ ਕੇ ਲੈ ਜਾਂਦੀ ਸੀ, ਅੱਜ ਉਸ ਲਹਿਰ ਦੀਆਂ ਛੱਲਾਂ ਨੂੰ ਥੋੜ੍ਹੀ ਠੱਲ ਪਈ ਹੈ। ਸਾਡੇ ਨਾਲ ਜਸਪਾਲ ਸਿੱਧੂ ਮੌਜੂਦ ਨੇ, ਜੋ ਸੀਨੀਅਰ ਪੱਤਰਕਾਰ ਵੀ ਨੇ ਔਰ ਇਸ ਅੰਦੋਲਨ ਦੇ ਨਾਲ ਜੁੜੇ ਵੀ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ, ਕਿਸਾਨੀ ਅੰਦੋਲਨ ਬੀਤੇ ਦਿਨਾਂ 'ਚ ਜਿਸ ਦੌਰ ਤੋਂ ਲੰਘਿਆ ਹੈ ਸਭ ਜਾਣਦੇ ਨੇ, ਪਰ ਮੇਰਾ ਸਵਾਲ ਇਹ ਹੈ ਕਿ ਅਕਸਰ ਕਿਸਾਨੀ ਨੂੰ ਹਮੇਸ਼ਾ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਨਾਲ ਆਡਾ ਲਾਉਣਾ ਪਿਆ ਹੈ ਔਰ ਇਹ ਅਜਿਹਾ ਪਹਿਲਾ ਅੰਦੋਲਨ ਸੀ ਆਜ਼ਾਦੀ ਤੋਂ ਬਾਅਦ ਜਿਸ ਨੇ ਦੇਸ਼ ਦੇ ਸੂਬੇ ਤੋਂ ਸ਼ੁਰੂ ਹੁੰਦਾ ਹੈ, ਦੇਸ਼ ਤੱਕ ਜਾਂਦਾ ਹੈ ਅਤੇ ਫਿਰ ਵਿਦੇਸ਼ ਦੇ ਵਿੱਚ ਵੀ ਆਵਾਜ਼ ਜਿਹੜੀ ਹੈ ਉੱਠਦੀ ਹੈ। ਉਸ ਦੇ ਬਾਵਜੂਦ ਦਬਾਅ ਸਰਕਾਰ 'ਤੇ ਬਣਨਾ ਲਾਜ਼ਮੀ ਸੀ ਔਰ ਬਣਦਾ ਵੀ ਗਿਆ। ਹੌਲੀ ਹੌਲੀ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵੱਲ ਆ ਵੀ ਰਹੀ ਸੀ। ਪਰ 26 ਜਨਵਰੀ ਨੂੰ ਜਿਹੜਾ ਘਟਨਾਕ੍ਰਮ ਹੁੰਦਾ ਹੈ, ਇਸ ਦੇ ਲਈ ਤੁਸੀਂ ਕਿਹਨਾਂ ਹਾਲਾਤਾਂ ਨੂੰ ਜ਼ਿੰਮੇਵਾਰ ਸਮਝਦੇ ਹੋ? ਦੇਖੋ, ਇਹ ਕਾਫੀ ਗੁੰਝਲਦਾਰ ਗੱਲਾਂ ਹੋਈਆਂ ਸਾਰੀਆਂ 26 ਜਨਵਰੀ 'ਤੇ ਇਹ ਗੱਲਾਂ ਹੋਈਆਂ। ਪਹਿਲੀ ਗੱਲ ਤਾਂ ਤੁਸੀਂ ਇਸ ਅੰਦੋਲਨ ਨੂੰ ਕੁਝ ਵੱਖਰੇ ਪਰਿਪੇਖ ਦੇ ਵਿੱਚ, ਵੱਖਰੇ ਪਰਸਪੈਕਟਿਵ ਵਿੱਚ ਦੇਖੋ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕਦੇ ਵੀ ਇਸ ਤਰੀਕੇ ਨਾਲ ਲੋਕ ਦੁਖੀ ਨਹੀਂ ਸੀ ਹੋਏ, ਕਿਸਾਨੀ ਦੁਖੀ ਨਹੀਂ ਸੀ ਹੋਈ ਇਸ ਤੱਕ। ਪਹਿਲਾਂ ਇਹ ਤੋਂ ਵੀ ਪਹਿਲਾਂ ਮਾੜੇ ਹਾਲਤ ਕਿਸਾਨੀ ਦੇ ਰਹੇ ਆ, ਪਰ ਕਿਸਾਨੀ ਦੇ ਨਾਲ ਜਿਹੜੇ ਹੋਰ ਵੀ ਸਾਰੀਆਂ ਮੰਗਾਂ ਜੁੜੀਆਂ ਸੀ ਜਾਂ ਇਸ ਦਾ ਕਾਰਪੋਰੇਟਾਈਜੇਸ਼ਨ ਹੋ ਰਿਹਾ ਸੀਗਾ। ਕਾਰਪੋਰੇਟਾਈਜੇਸ਼ਨ ਦਾ ਮਤਲਬ ਇਹ ਵੀ ਸਾਰਾ ਕੰਮ ਜਿਹੜਾ ਟਰੇਡ ਆ, ਸਾਰਾ ਕੁਝ ਉਹ ਵੱਡੀ ਪੂੰਜੀ ਕੋਲੇ ਪਹੁੰਚ ਜਾਣਾ ਸੀ, ਉਹਨਾਂ ਅਦਾਰਿਆਂ ਕੋਲੇ ਪਹੁੰਚ ਜਾਣਾ ਸੀ। ਸਰਕਾਰ ਦੀ ਕੋਈ ਗੱਲ ਨਹੀਂ ਸੀ ਰਹਿਣੀ, ਸਰਕਾਰ ਵਿੱਚੋਂ ਨਿਕਲਦੀ ਸੀ, ਵਿਡਰਾ ਕਰਦੀ ਸੀ। ਇਸ ਕਰਕੇ ਫਿਰ ਵਪਾਰ ਨੇ ਤੁਹਾਨੂੰ ਲੁੱਟਣਾ ਸੀ, ਸਿੱਧਾ ਸੀ, ਸਰਕਾਰ ਤਾਂ ਵਿੱਚੋਂ ਨਿਕਲ ਗਈ ਸੀ। ਸਰਕਾਰ ਨੇ ਜਿਹੜੀ ਮੰਡੀ 1930 ਤੋਂ ਜਿਹੜੀ ਮੰਡੀਆਂ ਕਿਤੇ ਸ਼ੁਰੂ ਹੋਈਆਂ ਸੀਗੀਆਂ ਸਾਰੀਆਂ ਪੰਜਾਬ 'ਚ, ਪੁਰਾਣੇ ਪੰਜਾਬ 'ਚ, ਉਹ ਮੰਡੀ ਵੀ ਵਿੱਚੋਂ ਖਿੱਚ ਰਹੇ ਸੀ ਵੀ ਸਾਡਾ ਜਿਹੜੀ ਓਪਨ ਮੰਡੀ ਹੋਊਗੀ। ਇਸ ਕਰਕੇ ਇਹ ਸਾਰਾ ਕੁਛ ਇੱਕ ਪੂਰਾ ਸਾਰਾ ਢਾਂਚਾ ਹੀ ਬਦਲਦੇ ਸੀ ਖੇਤੀ ਦਾ। ਖੇਤੀ ਦੇ ਵਿੱਚ ਇਸ ਕਿਸਮ ਦੇ ਡਰ ਬਿਲਕੁਲ ਸਹੀ ਡਰ ਆ ਜਿਹੜੇ ਅਜੇ ਵੀ ਖੜੇ ਆ ਵੀ ਜਿਸ ਕਿਸਮ ਦੀ ਖੇਤੀ ਦਾ ਸਿਸਟਮ ਵਪਾਰ ਰਾਹੀਂ ਇਹ ਚਲਾਉਣਾ ਚਾਹੁੰਦੇ ਆ, ਪਹਿਲੀ ਤਾਂ ਉਸ ਦੇ ਵਿੱਚੋਂ ਬਹੁਤ ਕਿਸਾਨ ਬੇਰੁਜ਼ਗਾਰ ਹੋ ਜਾਣਗੇ, ਵੱਡੀ ਗਿਣਤੀ। ਤੇ ਵਰਲਡ ਬੈਂਕ ਦੇ ਹੋਰ ਜਿਹੜੇ ਵੱਡੇ ਅਦਾਰੇ ਆ, ਦੁਨੀਆ ਦੇ ਵੱਡੀ ਪੂੰਜੀ ਦੇ ਅਦਾਰੇ ਆ ਸਾਰੇ, ਉਹਨਾਂ ਨੂੰ ਇਹ ਆ ਵੀ ਖੇਤੀ ਵਿੱਚ ਇੰਡੀਆ ਦੀ ਖੇਤੀ ਵਿੱਚ, ਪੰਜਾਬ ਦੀ ਖੇਤੀ ਵਿੱਚ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ, 60%, 50 ਤੋਂ 60% ਲੋਕ ਬੈਠੇ ਆ, ਇਹਨਾਂ ਨੂੰ ਘੱਟ ਕੀਤਾ ਜਾਵੇ। ਹੁਣ ਸਵਾਲ ਹੈ ਇੱਥੇ ਘੱਟ ਹੋ ਕੇ ਜਾਣਗੇ ਕਿੱਥੇ? ਇਹ ਵੱਡਾ ਸਵਾਲ ਸੀਗਾ, ਕਿਉਂਕਿ ਬੇਰੁਜ਼ਗਾਰੀ ਆ ਸਾਰੀ। ਜਾਂ ਜਿਹੜੇ ਰਹਿ ਜਾਣਗੇ ਉਹ ਵੀ ਫਿਰ ਉਹ ਵੱਡੀ ਪੂੰਜੀ ਉਹਨਾਂ ਨੂੰ ਆਪਣੇ ਮੁਤਾਬਕ ਚਲਾਊਗੀ, ਉਹਨਾਂ ਦੇ ਰੇਟ ਉਹਨੇ ਘੱਟ ਦੇਊਗੀ, ਤੇ ਉਹ ਇੱਕ ਤਰ੍ਹਾਂ ਦੇ ਆਪਦੇ ਮਜ਼ਦੂਰ ਹੀ ਹੋ ਜਾਣਗੇ ਆਪਦੇ ਖੇਤਾਂ ਦੇ ਵਿੱਚ। ਤੇ ਉਹ ਇਸ ਕਰਕੇ ਇਹ ਇੱਕ ਉਹਨਾਂ ਦੀ ਸਰਵਾਈਵਲ ਦਾ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਮਸਲਾ ਸੀ। ਇਸ ਕਰਕੇ ਬਹੁਤ ਵੱਡੇ ਤਰੀਕੇ ਨਾਲ ਉੱਠੀ ਇਹ ਸਾਰੀ ਮੂਵਮੈਂਟ। ਤੇ ਇਸ ਦੇ ਨਾਲ ਸਾਰਾ ਮੋਦੀ ਦਾ ਜਿਹੜਾ ਰਜੀਮ ਸੀ, ਜਿਹਨੇ ਮੋਦੀ ਦੇ ਰਾਜ ਭਾਗ ਨੇ ਜਿਹੜਾ ਸਾਰਾ ਮਾਹੌਲ ਖਰਾਬ ਕੀਤਾ ਵਾ ਸੀ, ਉਹ ਵੀ ਵਿੱਚ ਜੁੜ ਗਿਆ, ਗੁੱਸਾ ਜੁੜ ਗਿਆ ਇੱਕ। ਪਰ ਇਹਦੀ ਜਿਹੜੀ ਖੂਬਸੂਰਤੀ ਹੈ ਸਾਰੇ ਕਿਸਾਨ ਅੰਦੋਲਨ ਦੀ, ਜਨ ਅੰਦੋਲਨ ਵੰਡ ਤੱਕ ਦੀ, ਉਹਦਾ ਇਹ ਵੀ ਬਹੁਤ ਸ਼ਾਂਤ ਰਿਹਾ ਹੈ। ਵੈਸੇ ਤਾਂ ਪੰਜਾਬ ਦੇ ਵਿੱਚ 6 ਮਹੀਨਿਆਂ ਤੋਂ ਚੱਲ ਰਿਹਾ ਸੀ, ਪਰ 26 ਨਵੰਬਰ ਤੋਂ ਤਾਂ ਇਹ ਜਾ ਕੇ ਉੱਥੇ ਸ਼ੁਰੂ ਸੀਗਾ ਦਿੱਲੀ ਦੇ ਵਿੱਚ। 2 ਮਹੀਨੇ ਹੋ ਗਏ ਸੀ ਇਹਨੂੰ ਉੱਥੇ ਚੱਲਦੇ ਨੂੰ, ਤੇ ਉੱਥੇ ਵੀ ਪੂਰਾ ਸ਼ਾਂਤਮਈ ਦਿਖਾਇਆ। ਇਸ ਕਰਕੇ ਕਿਸੇ ਵੀ ਕਿਸਮ ਦੀ ਹੁੱਲੜਬਾਜ਼ੀ ਨਹੀਂ ਸੀ, ਬਿਲਕੁਲ ਡਿਫਰੈਂਟ ਕਿਸਮ ਦਾ ਸੀ। ਇੱਕ ਇਸ ਨਾਲ ਹੈ ਕਿ ਮੋਰਲ ਬੁਲੰਦੀ ਆਈ ਸੀ
ਮੋਰਲ ਅਖਲਾਕੀ ਲੈਵਲ ਦੀ ਬੁਲੰਦੀ ਆਈ ਨਹੀਂ ਸੀ ਇਹਦੇ ਵਿੱਚੋਂ ਸਾਰਾ ਜਿਸ ਕਿਸਮ ਦਾ ਇਹ ਚੱਲ ਰਿਹਾ ਸੀ। ਇਸੇ ਕਰਕੇ ਇਹਨੂੰ ਸਪੋਰਟ ਬਹੁਤ ਮਿਲੀ। ਫਿਰ ਜਿਹੜਾ ਇੱਕ ਸਿੱਖ ਟ੍ਰੈਡੀਸ਼ਨ ਦੇ ਵਿੱਚ ਲੰਗਰ ਲੱਗਣੇ, ਸੇਵਾ ਕਰਨੀ, ਤੇ ਇਹ ਸਾਰੇ ਦੇ ਵਿੱਚੋਂ ਜਦੋਂ ਤੁਸੀਂ ਮੋਰਲੀ ਜਾਂ ਅਖਲਾਕੀ ਲੈਵਲ ਤੇ ਨੈਤਿਕ ਲੈਵਲ ਉੱਤੇ ਲੜਾਈ ਲੜਦੇ ਹੋ ਤਾਂ ਤੁਹਾਨੂੰ ਸਾਰੀ ਦੁਨੀਆ 'ਚ ਸਪੋਰਟ ਮਿਲਦੀ ਹੈ। ਇਸੇ ਕਰਕੇ ਮਿਲੀ। ਤੇ ਇਹ ਇੱਕ ਨੈਤਿਕ ਹੈ। ਸਿੱਖਾਂ ਵਿੱਚ ਪਹਿਲਾਂ ਵੀ ਟ੍ਰੈਡੀਸ਼ਨ ਹੈ, ਉਹਨਾਂ ਨੇ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਵੀ ਇਹੋ ਜਿਹੀਆਂ ਨੈਤਿਕ ਲੜਾਈਆਂ ਲੜੀਆਂ ਸੀਗੀਆਂ, ਤੇ ਉਹ ਇੱਥੇ ਦੁਬਾਰਾ ਰਿਪੀਟ ਹੋ ਰਿਹਾ। ਉਹ ਨੈਤਿਕਤਾ ਜਿਹੜੀ ਸੀ ਉਹ 26 ਜਨਵਰੀ ਨੂੰ ਤੱਕ ਸਰਕਾਰ ਤੋਂ ਇਹ ਕਹਿ ਦਿਓ ਵੀ ਪਿਛਲੇ 2 ਮਹੀਨਿਆਂ ਵਿੱਚ ਉਹ ਇਸ ਚੀਜ਼ ਦੀ ਤਲਾਸ਼ ਦੇ ਵਿੱਚ ਸੀਗੀ ਮੋਦੀ ਸਰਕਾਰ ਵੀ ਕੋਈ ਨਾ ਕੋਈ ਹੇਰਾਫੇਰੀ ਦਾ ਥਾਂ ਲੱਭੀਏ ਜਿੱਥੋਂ ਇਹਨਾਂ ਨੂੰ ਬਦਨਾਮ ਕੀਤਾ ਜਾਵੇ, ਕੋਈ ਇਹੋ ਜਿਹਾ ਬਹਾਨਾ ਤਿਆਰ ਕਰੀਏ। ਉਹ ਬਹਾਨਾ 26 ਜਨਵਰੀ ਵੇਲੇ ਇਹਨਾਂ ਨੇ ਤਿਆਰ ਕਰਤਾ, ਕਿਉਂਕਿ ਸਿੱਖਾਂ ਦੇ ਵਿੱਚ ਇੱਕ ਕੁਦਰਤੀ ਤੌਰ ਤੇ ਖੜਾ ਹੈਗਾ ਪੁਰਾਣੀਆਂ ਗੱਲਾਂ, ਇੱਕ ਸਿੱਖ ਹਿਸਟਰੀ ਖੜੀ ਹੈ। ਜਦੋਂ ਸਿੱਖਾਂ ਨੂੰ ਇੱਕ ਪਛਤਾਤਾਪ ਵੀ ਖੜਾ ਵੀ ਲਾਲ ਕਿਲੇ ਨੇ ਜਾਂ ਦਿੱਲੀ ਨੇ। ਲਾਲ ਕਿਲਾ ਜਿਹੜਾ ਹੈ ਉਹ ਦਿੱਲੀ ਦੀ ਤਾਕਤ ਦਾ ਪ੍ਰਤੀਕ ਹੈ, ਸੱਤਾ ਦਾ ਪ੍ਰਤੀਕ ਹੈ। ਉਹਨੂੰ ਇਹੀ ਲੱਗਦਾ ਰਿਹਾ ਵੀ ਉਹ ਸੱਤਾ ਜੀ ਨੇ ਸਾਡੇ ਦਰਬਾਰ ਸਾਹਿਬ ਦਾ ਹਵਾਲਾ ਵੀ ਕਰਾਇਆ, ਫਿਰ ਸਾਡੇ ਤੇ ਕਿਤੇ ਨਾ ਕਿਤੇ ਭਾਵਨਾਵਾਂ ਤੇ ਭਾਰੂ ਹੋ ਜਾਂਦਾ ਲਾਲ ਕਿਲਾ। ਇਹ ਵੀ ਉਹਨਾਂ ਤੋਂ ਰੁਕੀਆਂ ਨਹੀਂ, ਭਾਵਨਾਵਾਂ ਵੀ ਨਹੀਂ ਰੁਕੀਆਂ। ਦੂਜੀ ਗੱਲ ਇਹ ਵੀ ਭਾਵਨਾਵਾਂ ਨਹੀਂ ਵੀ ਰੁਕੀਆਂ, ਸਾਰੀ ਗੱਲ ਹੈ, ਪਰ ਇਹਦੇ ਵਿੱਚ ਕਈ ਗੱਲਾਂ ਗਲਤ ਵੀ ਹੋਈਆਂ। ਗਲਤ ਜਿਵੇਂ ਹੋਈਆਂ ਵੀ ਇਹ ਕੁਝ ਪਹਿਲਾਂ ਤੋਂ ਹੀ ਜਦੋਂ ਅਨਾਉਂਸ ਹੋਇਆ ਵੀ ਅਸੀਂ ਸਮਾਨਾਂਤਰ ਬਰਾਬਰ ਪੈਰਲਲ ਇੱਥੇ ਕਿਸਾਨ ਪਰੇਡ ਕੱਢਾਂਗੇ, ਜਿਹੜੀ ਸਰਕਾਰੀ ਪਰੇਡ ਹੋ ਰਹੀ ਹੈ 26 ਜਨਵਰੀ ਨੂੰ, ਤੇ ਉਸ ਦੇ ਵਿੱਚ ਕੱਢਾਂਗੇ ਪਰੇਡ। ਉਸੇ ਦਿਨ ਤੋਂ ਹੀ ਕੁਝ ਬਾਹਰਲੇ ਲੋਕਾਂ ਨੇ, ਬਾਹਰ ਬੈਠੇ ਅਮਰੀਕਾ ਕੈਨੇਡਾ ਦੇ ਜਿਹੜੇ ਆਪਣੇ ਆਪ ਵਿੱਚ ਲੀਡਰ ਬਣੇ ਹੋਏ ਆ, ਉਹਨਾਂ ਨੇ ਵੀ ਇਸ ਕਿਸਮ ਦਾ ਇਹਦੇ ਵਿੱਚ ਇਸ ਦੇ ਵਿੱਚ ਗਲਤ ਡਾਇਰੈਕਸ਼ਨ ਦੇਣ ਦੀ ਸ਼ੁਰੂ ਕਰਤੀ ਸਾਰੇ। ਸਰ ਬਾਹਰੋਂ ਤੁਸੀਂ ਬਾਹਰ ਦਾ ਵਿਦੇਸ਼ਾਂ ਦਾ ਜ਼ਿਕਰ ਕੀਤਾ ਹੈ, ਬਾਹਰੋਂ ਅਕਸਰ ਬਿਆਨਬਾਜ਼ੀਆਂ ਹੁੰਦੀਆਂ ਨੇ, ਖਾਸ ਤੌਰ ਤੇ 6 ਫॉर ਜਸਟਿਸ ਜਾਂ ਖਾਲਿਸਤਾਨ ਦੇ ਮੁੱਦੇ ਨੂੰ ਅਕਸਰ ਪੰਜਾਬੀਆਂ ਦੇ ਨਾਲ ਜ਼ਰੂਰ ਜੋੜ ਕੇ ਵੇਖਿਆ ਜਾਂਦਾ ਹੈ। ਖਾਸ ਤੌਰ ਤੇ ਹੁਣ ਜਦੋਂ ਕੇਸਰੀ ਝੰਡਾ ਵੀ ਲਹਿਰਾਇਆ ਗਿਆ ਤਾਂ ਉਸ ਕਾਰਵਾਈ ਨੂੰ, ਕਿਉਂਕਿ ਇਸ ਅੰਦੋਲਨ ਦੇ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਹੈ ਔਰ ਪੰਜਾਬੀਆਂ ਨੂੰ day 1 ਤੋਂ ਹੀ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਦੇ ਵਿੱਚ ਖਾਲਿਸਤਾਨੀ ਇਹ ਮੰਨਿਆ ਜਾ ਰਿਹਾ ਔਰ ਇਸ ਅੰਦੋਲਨ ਦੇ ਵਿੱਚ ਇਹ ਚੀਜ਼ ਹੋਈ ਵੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਵੀ ਇਸ ਅੰਦੋਲਨ 'ਚ ਸ਼ਾਮਿਲ ਹੋਈਆਂ, ਹਰ ਇੱਕ ਵਰਗ ਜਿਹੜਾ ਸ਼ਾਮਿਲ ਹੋਇਆ ਔਰ ਕਿਤੇ ਨਾ ਕਿਤੇ ਜੋੜਿਆ ਜਾ ਰਿਹਾ। ਔਰ ਵਿਦੇਸ਼ਾਂ ਤੋਂ ਜਿਹੜੀ ਆਵਾਜ਼ ਉੱਠ ਰਹੀ ਹੈ, ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਵਿਦੇਸ਼ਾਂ ਵਾਲੇ ਲੋਕ ਨੇ, ਹਾਲਾਂਕਿ ਪੰਜਾਬੀ ਬਹੁਤ ਗਿਣਤੀ ਨੇ ਵਿਦੇਸ਼ਾਂ ਦੇ ਵਿੱਚ ਔਰ ਆਪਣੇ ਰੂਟਸ ਨਾਲ ਜੁੜੇ ਹੋਏ ਨੇ, ਆਪਣੇ ਭਾਈਚਾਰੇ ਦੀ ਗੱਲਬਾਤ ਉਹ ਕਰ ਰਹੇ ਨੇ, ਪਰ ਕੁਝ ਜਥੇਬੰਦੀਆਂ ਨੇ ਵਿਦੇਸ਼ਾਂ ਦੇ ਵਿੱਚ ਅਜਿਹੀਆਂ ਜਿਹੜੀਆਂ ਇਤਰਾਜ਼ਯੋਗ ਨੇ, ਜਿਨ੍ਹਾਂ ਤੇ ਸਰਕਾਰਾਂ ਨੂੰ ਇਤਰਾਜ਼ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਬਿਆਨਬਾਜ਼ੀ ਕਿੱਥੇ ਤੱਕ ਇਫੈਕਟ ਕਰਦੀ ਹੈ? ਬਹੁਤ ਇਫੈਕਟ ਕਰਦੀ ਹੈ, ਕਾਫੀ ਬਹੁਤ ਅੱਜਕੱਲ ਬਹੁਤ ਇਫੈਕਟ ਕਰਦੀ ਹੈ, ਕਿ ਉਹਨਾਂ ਨਾਲ ਕੁਝ ਇੱਥੇ ਬੰਦੇ ਜੁੜੇ ਹੁੰਦੇ ਆ, ਫਿਰ ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਚਲਾਉਂਦੇ ਆ। ਜਿਵੇਂ ਹੁਣ ਲਾਲ ਕਿਲੇ ਤੇ ਝੰਡਾ ਚਲਾਉਣਾ, ਵੇਖੋ ਲਾਲ ਕਿਲੇ ਤੇ ਝੰਡਾ ਲਹਿਰਾਉਣਾ, ਝੰਡਾ ਚਲਾਉਣਾ, ਇਹ ਆਪਣੇ ਆਪ ਵਿੱਚ ਕੱਲੀ ਕਹਿਣ ਦੀ ਗੱਲ ਨਹੀਂ, ਇਹਦੇ ਪਿੱਛੇ ਮੀਨਿੰਗ ਹੈ। ਤੁਸੀਂ ਕੇਸਰੀ ਝੰਡਾ ਉੱਥੇ ਜਾ ਕੇ, ਕੇਸਰੀ ਨਿਸ਼ਾਨ ਸਾਹਿਬ ਉੱਥੇ ਤੁਸੀਂ ਲਹਿਰਾਇਆ, ਤਾਂ ਨਿਸ਼ਾਨ ਸਾਹਿਬ ਦੀ ਇੱਕ ਪਵਿੱਤਰਤਾ, ਉਹ ਪਵਿੱਤਰਤਾ ਵੀ ਕਾਇਮ ਰੱਖਣੀ ਸੀ ਉੱਥੇ ਜਾ ਕੇ, ਉਸ ਨੂੰ ਬਰਕਰਾਰ ਵੀ ਉੱਥੇ ਰੱਖਣਾ ਸੀ। ਤੁਸੀਂ ਨਿਸ਼ਾਨ ਸਾਹਿਬ ਖੜਾ ਕਰਤਾ ਤੇ ਮੁੜ ਕੇ ਨਿਸ਼ਾਨ ਸਾਹਿਬ ਪੁਲਿਸ ਨੇ ਲਾਤਾ, ਤੁਸੀਂ ਉਹ ਫਿਰ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਹੋਈ, ਪਵਿੱਤਰ ਪ੍ਰਤੀਕ ਹੈ ਸਿੱਖੀ ਦਾ। ਇਸ ਕਰਕੇ ਇਹ ਵੀ ਇਹਨਾਂ ਨੂੰ ਰੱਖਣਾ ਚਾਹੀਦਾ ਸੀ ਵੀ ਕਿਉਂ ਜਾਏ। ਫਿਰ ਦੂਜਾ ਗੱਲ ਇਹ ਹੈ ਵੀ ਹਰ ਗੱਲ ਦੇ ਵਿੱਚੋਂ ਸਾਨੂੰ ਸਮਝ ਲੈਣਾ ਚਾਹੀਦਾ ਸੀ 21ਵੀਂ ਸਦੀ 'ਚ ਸਾਡੇ ਸਿੱਖ ਸਾਰੇ ਬਾਹਰ ਵੀ ਬੈਠੇ ਆ, ਤੇ ਅਸੀਂ ਸਾਰੀ ਜਿਹੜੀ ਡੈਮੋਕ੍ਰੈਟਿਕ ਤੇ ਮੂਵਮੈਂਟ ਆ, ਸਾਡੇ ਸਿੱਖ ਪੜ੍ਹੇ ਲਿਖੇ ਬਹੁਤ ਆ, ਸਿਆਣੇ ਬਹੁਤ ਆ ਵਿੱਚੋਂ, ਪਰ ਇਹ ਕਿਉਂ ਨਹੀਂ ਸਮਝਦੇ ਵੀ ਇਸ ਕਿਸਮ ਦੀ ਕਾਰਵਾਈ ਨਾਲ ਸਾਡੀ ਬਦਨਾਮੀ ਹੋਣ। ਅੱਜ ਕੱਲ੍ਹ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਤੁਸੀਂ ਬਦਨਾਮ ਨਾ ਹੋ ਜਾਓ, ਇੱਕ ਨੈਰੇਟਿਵ, ਇੱਕ ਬਰਤਾਂਤ ਹੈ ਜਿਹੜਾ ਉਹ ਸਿੱਖ ਪੱਖੀ ਰੱਖਣਾ ਹੁੰਦਾ, ਇੱਕ ਬਹੁਤ ਦਿਆਨਤਦਾਰੀ ਵਾਲਾ ਬਰਤਾਂਤ ਬਣਾ ਕੇ ਰੱਖਣਾ ਹੁੰਦਾ। ਤੁਸੀਂ ਬਿਲਕੁਲ ਸਹੀ ਸੁਹੀ ਆਪਦੇ ਮੰਗਾਂ ਲਈ ਲੜ ਰਹੇ ਹੋ, ਇਹ ਬਣਾ ਕੇ ਰੱਖਣਾ ਹੁੰਦਾ। ਤੁਸੀਂ ਭਟਕਣਾ ਨਹੀਂ ਹੁੰਦਾ ਜਿਹਦੇ 'ਚ ਉਹ ਤੁਹਾਨੂੰ ਹਿੰਸਕ ਕਹਿ ਦੇਣ, ਤੁਹਾਨੂੰ ਵੱਖਵਾਦੀ ਕਹਿ ਦੇਣ। ਇਸ ਕਰਕੇ ਇਹ ਜਿਹੜਾ ਝੰਡਾ ਇੱਥੇ ਲਹਿਰਾਉਣਾ ਸੀ ਉਹਦਾ ਕੋਈ ਮੀਨਿੰਗ ਨਹੀਂ ਸੀ ਬਣਦਾ, ਪ੍ਰਤੀਕ ਤੁਸੀਂ ਨਹੀਂ ਸੀ ਚੜਾਉਣਾ ਚਾਹੀਦਾ। ਤੁਹਾਨੂੰ ਇਸ ਕਿਸਮ ਦਾ ਬਰਤਾਂਤ ਇੱਥੇ ਵੀ ਜਿਹੜੀਆਂ ਦਿੱਲੀ ਬਾਰਡਰ ਉੱਤੇ ਖੜੀਆਂ ਸੀ ਜਥੇਬੰਦੀਆਂ ਸੀ, ਲੋਕ ਸੀ, ਸਾਰੇ ਸਿੱਖ ਸੈਂਟੀਮੈਂਟਲ ਲੋਕ ਸੀ, ਉਹਨਾਂ ਨੂੰ ਨਹੀਂ ਸੀ ਚਲਾਉਣਾ ਚਾਹੁੰਦਾ, ਕਿਉਂਕਿ ਹੁਣ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੋ ਗਏ ਸਾਰੀ ਗੱਲਬਾਤ। ਉਹਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ, ਨਿਰਾਸ਼ਤਾ ਹੋਈ
ਇੱਕ ਐਡੀ ਵੱਡੀ ਬੁਲੰਦੀ ਵਾਲੀ ਜਿਹੜੀ ਕਿਸਾਨ ਅੰਦੋਲਨ ਸੀ ਉਹਨੂੰ ਤੁਸੀਂ ਢਾਹ ਲੱਗ ਗਿਆ ਸਾਰਾ ਤੇ ਫਾਇਦਾ ਕੁਝ ਹੋਇਆ ਨਹੀਂ ਤੇ ਨਿਸ਼ਾਨ ਜਿਹੜਾ ਨਿਸ਼ਾਨ ਸਾਹਿਬ ਉੱਥੇ ਲਾਉਣ ਦਾ ਮਤਲਬ ਹੈ ਨਿਸ਼ਾਨ ਸਾਹਿਬ ਦਾ ਉੱਥੇ ਪਹਿਲਾਂ 2014 ਚ ਵੀ ਲੱਗਿਆ ਸੀਗਾ। ਉਦੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਬਘੇਲ ਸਿੰਘ ਜੀ ਨੇ ਪਹਿਲੀ ਵਾਰ ਦਿੱਲੀ ਤੇ ਲਾਲ ਕਿਲੇ ਤੇ ਕਬਜ਼ਾ ਕੀਤਾ ਸੀਗਾ ਤੇ ਉੱਥੇ ਅੰਦਰ ਗਏ ਸੀ ਸਾਰਾ ਤਖਤ ਤੇ ਅੰਦਰ ਜਾ ਕੇ ਗਏ ਸੀ, ਕਬਜ਼ਾ ਕੀਤਾ ਸੀ ਕੁਝ ਟਾਈਮ ਲਈ। ਉਹਦੀ ਵਰਸੀ ਮਨਾਈ ਸੀ ਸਾਰੀ। ਉਦੋਂ ਤਾਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਤੇ ਇਹ ਉੱਥੇ ਨਿਸ਼ਾਨ ਸਾਹਿਬ ਇਹੀ ਨਿਸ਼ਾਨ ਸਾਹਿਬ ਉੱਥੇ ਝੁੱਲਿਆ ਸੀਗਾ। ਬੜੇ ਰਿਸਪੈਕਟ ਤੇ ਫੁੱਲ ਤਰੀਕੇ ਨਾਲ ਲਾਇਆ ਸੀ ਤੇ ਫਿਰ ਉਸੇ ਤਰੀਕੇ ਨਾਲ ਉਤਾਰਿਆ ਗਿਆ ਸੀਗਾ। ਇਹ ਨਹੀਂ ਸੀ ਵੀ ਉਹ ਲਾ ਕੇ ਹੁਣ ਪਰੇ ਪੁਲਿਸ ਨੇ ਸੁੱਟਤਾ। ਇਸ ਕਰਕੇ ਸਾਨੂੰ ਸਾਰਾ ਕੁਝ ਇਹ ਧਿਆਨ 'ਚ ਰੱਖਣਾ ਚਾਹੀਦਾ। ਫਿਰ ਦੂਜਾ ਤੁਸੀਂ ਦੂਜੇ ਮੂਵਮੈਂਟ ਨੂੰ ਕਿੰਨੀ ਲਾਉਣੇ ਹੋ ਸਾਰਾ ਸਿੱਖ ਅੰਦੋਲਨ ਨੂੰ, ਜਿਹੜੇ ਕਰਕੇ ਤੁਸੀਂ ਮੌਕਾ ਦਿੰਦੇ ਹੋ ਤੁਸੀਂ ਇਸ ਬੀਜੇਪੀ ਨੂੰ, ਹਿੰਦੂਵਾਦੀ ਸਰਕਾਰ ਨੂੰ ਵੀ ਉਹ ਕੌਮੀਅਤ ਜਾਂ ਰਾਸ਼ਟਰਵਾਦੀ ਭਾਵਨਾ ਝੰਡੇ ਦੇ ਨਾਲ ਤਿਰੰਗੇ ਝੰਡੇ ਨਾਲ ਜੋੜ ਕੇ ਤੁਹਾਡੇ ਵਿਰੁੱਧ ਵਰਤ ਰਹੀ ਹੈ ਸਾਰੀ। ਸਰ ਤੁਸੀਂ ਬਹੁਤ ਦੇਰ ਪੱਤਰਕਾਰਤਾ ਕੀਤੀ ਹੈ ਔਰ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਇਹ ਸਵਾਲ ਪੁੱਛਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਨੈਸ਼ਨਲ ਲੈਵਲ ਤੇ ਔਰ ਬੇਹੱਦ ਵਿਆਕੁਲ ਤਰੀਕੇ ਦੇ ਨਾਲ, ਬੇਹੱਦ ਭੜਕਾਊ ਤਰੀਕੇ ਦੇ ਨਾਲ ਕਿਹਾ ਤਾਂ ਇਹ ਜਾ ਰਿਹਾ ਕਿ ਕਿਸਾਨਾਂ ਦੀ ਬਿਆਨਬਾਜ਼ੀ ਭੜਕਾਊ ਹੈ, ਪਰ ਕਿਸਾਨ ਜਥੇਬੰਦੀਆਂ ਦੀ ਬਿਆਨਬਾਜ਼ੀ ਨਾਲੋਂ ਕਿਤੇ ਜ਼ਿਆਦਾ ਭੜਕਾਊ ਜਿਹੜੀ ਰਿਪੋਰਟਿੰਗ ਕੀਤੀ ਜਾ ਰਹੀ ਹੈ। ਤੁਸੀਂ ਪੱਤਰਕਾਰ ਹੋ, ਮੈਂ ਵੀ ਇੱਕ ਪੱਤਰਕਾਰ ਹਾਂ। ਪੱਤਰਕਾਰ ਹੋਣ ਦੇ ਨਾਤੇ ਸਾਡਾ ਧਰਮ ਹੈ ਪੱਤਰਕਾਰਤਾ ਕਰਨਾ, ਸੱਚ ਦੀ ਆਵਾਜ਼ ਜੋ ਸੱਚ ਹੈ ਉਸ ਨੂੰ ਸੱਚ ਬਣਾ ਕੇ ਪੇਸ਼ ਕਰਨਾ। ਪਰ ਜੇ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਨੇ ਤਾਂ ਇੱਕ ਪੱਤਰਕਾਰ ਦੀਆਂ ਭਾਵਨਾਵਾਂ ਕਿਉਂ ਨਹੀਂ ਭੜਕਦੀਆਂ? ਕਿਉਂ ਸਰਕਾਰ ਦੇ ਕਹੇ 'ਤੇ ਚੱਲਣਾ ਪੱਤਰਕਾਰਤਾ ਦਾ ਧਰਮ ਬਣ ਗਿਆ? ਦੇਖੋ, ਪਹਿਲੀ ਗੱਲ ਤਾਂ ਪੱਤਰਕਾਰਤਾ ਨੂੰ ਤੁਸੀਂ ਜੇ ਸਮਝੋਗੇ ਨਾ ਸਹੀ ਤਰੀਕੇ ਨਾਲ, ਇਹ ਇੱਕ ਇੰਡਸਟਰੀ ਹੈ, ਇਹ ਇੱਕ ਕਿੱਤਾ ਹੈ, ਇਹ ਇੱਕ ਪੈਸੇ ਕਮਾਉਣ ਦਾ ਕਿੱਤਾ ਵੀ ਹੈ। ਤੇ ਪੈਸੇ ਤਾਂ ਕਮਾਏ ਜਾਂਦੇ ਇਸ ਕਿੱਤੇ ਨਾਲ, ਇਸ ਇੰਡਸਟਰੀ ਦੇ ਪੈਸੇ ਤਾਂ ਬਣਦੇ ਆ ਜੇ ਉਸ ਨੂੰ ਐਡਵਰਟਾਈਜ਼ਮੈਂਟ ਮਿਲਦੀ ਹੈ, ਉਹਦਾ ਰੈਵਨਿਊ, ਉਹਦਾ ਇਹ ਸਾਰਾ ਇਕੱਠਾ ਹੁੰਦਾ ਪੈਸਾ ਉਹਦੇ ਲਈ ਫਿਰ ਉਹ ਸਰਕਾਰ ਨਾਲ ਜੁੜਦਾ ਹੈ ਸਰਕਾਰੀ ਪੱਖ ਤੇ। ਨਹੀਂ ਤਾਂ ਫਿਰ ਉਹਨੂੰ ਐਡਵਰਟਾਈਜ਼ਮੈਂਟ ਨਹੀਂ ਮਿਲਦੀ ਤੇ ਪੈਸੇ ਨਹੀਂ, ਇਹ ਸਾਰਾ ਤੇ ਉਸ ਸਰਕਾਰ ਵੀ ਉਹਦੇ ਤੇ ਐਕਸ਼ਨ ਲੈ ਲੈਂਦੀ ਹੈ। ਇਸ ਕਰਕੇ ਸਰਕਾਰਾਂ ਨਾਲ ਜੁੜ ਕੇ ਚੱਲਦੇ ਆ ਇਹ ਸਾਰਾ ਜਿਹੜਾ ਪੱਤਰਕਾਰੀ ਆ। ਉਹਦਾ ਜਿਹੜਾ ਇਹ ਇੱਕ ਆਦਰਸ਼ਵਾਦੀ ਗੱਲਬਾਤ ਹੈ ਜਿਹਦੇ ਵਿੱਚੋਂ ਤੁਸੀਂ ਇਹ ਕਹਿੰਦੇ ਹੋ ਵੀ ਉਹਨਾਂ ਦਾ ਧਰਮ ਹੁੰਦਾ। ਉਹ ਤਾਂ ਅੱਜ ਕੱਲ੍ਹ ਤਾਂ ਧਰਮ ਵਾਲੀ ਗੱਲ ਨਹੀਂ ਰਹੀ, ਅੱਜ ਕੱਲ੍ਹ ਤਾਂ ਕਿੱਤਾ ਬਣ ਗਿਆ, ਪ੍ਰੋਫੈਸ਼ਨ ਹੈ, ਪੈਸੇ ਕਮਾਉਣ ਦਾ ਕਿੱਤਾ। ਇਸ ਕਰਕੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਤਾਂ ਪੱਤਰਕਾਰਤਾ ਗੋਦੀ ਮੀਡੀਆ ਬਣ ਗਿਆ, ਜਿਹੜਾ ਆਪਾਂ ਆਮ ਕਹਿੰਦੇ ਹਾਂ। ਉਹਦੇ 'ਚੋਂ ਸਰਕਾਰਾਂ ਨਾਲ ਜੁੜ ਕੇ ਚੱਲਦਾ। ਜਦੋਂ ਸਰਕਾਰਾਂ ਨਾਲ ਜੁੜ ਕੇ ਚੱਲਦਾ ਤਾਂ ਸਰਕਾਰਾਂ ਦੀ ਬੋਲੀ ਬੋਲਦਾ ਤੇ ਉਹਦੇ 'ਚ ਫਿਰ ਇਹ ਜਿਹੜਾ ਪੱਤਰਕਾਰੀ ਦਾ ਧਰਮ ਹੈ ਕਿਤੇ ਉੱਡ ਜਾਂਦਾ। ਤੇ ਇਸ ਕਰਕੇ ਫਿਰ ਉਹ ਅੱਜ ਦਾ ਜਿਹੜਾ ਪੱਤਰਕਾਰਤਾ ਉਹ ਸਰਕਾਰ ਦੇ ਲਈ ਇੱਕ ਨੈਰੇਟਿਵ ਸਿਰਜਦਾ, ਵਰਤਾਂਤ ਸਿਰਜਦਾ ਸਰਕਾਰ ਪੱਖੀ, ਉਹ ਕੰਮ ਕਰਦਾ। ਤੇ ਇਸੇ ਕਰਕੇ ਇਸ ਵਰਤਾਂਤ ਤੋਂ, ਇਸ ਨੈਰੇਟਿਵ ਤੋਂ, ਇਸ ਕਿਸਮ ਦੇ ਜਿਹੜੀ ਲੋਕਾਂ 'ਚ ਇਸ ਕਿਸਮ ਦਾ ਗੱਲ ਲੈ ਕੇ ਜਾਣੀ ਹੈ, ਉਸ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਲਈ ਬੜਾ ਬਚ ਕੇ ਚੱਲਣਾ ਪੈਂਦਾ। ਵੀ ਤੁਸੀਂ ਇਸ ਤੁਹਾਡੇ ਲਾਲ ਕਿਲੇ ਦਾ ਇਨਸੀਡੈਂਟ ਕਰਨਾ ਚਾਹੀਦਾ ਸੀ ਕਿ ਨਹੀਂ। ਅਸੀਂ ਨਹੀਂ ਕਹਿੰਦੇ ਵੀ ਨਾ ਕਰੋ, ਸਵਾਲ ਹੈ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਾਲ ਕਿਲੇ ਤੇ ਕਬਜ਼ਾ ਕਰਨਾ ਤਾਂ ਇੱਥੋਂ ਲਾਲ ਕਿਲੇ ਦਾ ਕਹਿ ਕੇ ਲਿਜਾਓ। ਉੱਥੋਂ ਚੱਲਦੀ ਹੋਈ ਜਿਹੜੀ ਕਿਸਾਨ ਮੂਵਮੈਂਟ ਹੈ ਉਸ ਦੇ ਵਿੱਚੋਂ ਕੁਝ ਬੰਦੇ ਕੱਢ ਕੇ ਤੇ ਕਹੋ ਵੀ ਅਸੀਂ ਆਪਦਾ ਪੂਰਾ ਕਰ ਲੈਣੇ, ਜਿਹੜਾ ਸਾਡੇ ਮਨ ਦੀਆਂ ਦਬੀਆਂ ਭਾਵਨਾਵਾਂ ਇਹ ਨਹੀਂ ਹੁੰਦੀਆਂ, ਉਹ ਨਹੀਂ ਕਰਨਾ ਚਾਹੀਦਾ। ਉੱਥੇ ਉਹ ਕਿਸੇ ਨੇ ਇਹ ਕਿਸਾਨ ਅੰਦੋਲਨ ਖੜਾ ਕੀਤਾ, ਤੁਸੀਂ ਨਹੀਂ ਕੀਤਾ। ਜੇ ਉਹਨਾਂ ਦਾ ਪ੍ਰੋਗਰਾਮ ਲਾਲ ਕਿਲੇ ਤੇ ਜਾਣਦਾ ਨਹੀਂ ਤਾਂ ਤੁਹਾਨੂੰ ਨਹੀਂ ਜਾਣਾ ਚਾਹੀਦਾ। ਤੇ ਇਸ ਕਰਕੇ ਸਾਨੂੰ ਬਹੁਤ ਖਿਆਲ ਰੱਖਣਾ ਚਾਹੀਦਾ। ਹੁਣ ਸਾਡੇ ਵਰਤਾਂਤ ਸਾਰਾ ਉਲਟ ਹੋ ਗਿਆ, ਸਿਰਜਿਆ ਗਿਆ। ਮੋਦੀ ਮੀਡੀਆ ਨੇ ਬੜਾ ਜ਼ੋਰ ਸ਼ੋਰ ਨਾਲ ਸਿਰਜਿਆ ਤੇ ਹੁਣ ਉਹ ਤਸ਼ੱਦਦ ਵੀ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਉਸਕਾਉਣੇ ਸ਼ੁਰੂ ਕਰਤੇ ਨੈਸ਼ ਕੌਮੀ ਝੰਡੇ ਨੂੰ ਜਾਂ ਰਾਸ਼ਟਰੀ ਝੰਡੇ ਨੂੰ, ਤਿਰੰਗੇ ਝੰਡੇ ਨੂੰ ਵਰਤ ਕੇ ਉਹਨਾਂ ਨੇ ਪਾੜਾ ਪਾਉਣਾ, ਸਿੱਖਾਂ ਦੇ ਵਿਰੁੱਧ ਹਿੰਦੂਆਂ ਨੂੰ ਖੜਾ ਕਰਨਾ ਸ਼ੁਰੂ ਕਰ ਦਿੱਤਾ। ਥਾਂ ਤੇ ਹੁਣ ਹੋ ਰਿਹਾ ਹੈਗਾ ਸਾਰਾ। ਇਸ ਕਰਕੇ ਸਾਨੂੰ ਸਿਆਣੇ ਬਣਨਾ ਚਾਹੀਦਾ। ਸਾਨੂੰ ਸਿੱਖਾਂ ਨੂੰ ਪਹਿਲਾਂ 20-35 ਸਾਲ ਵਿੱਚ ਸਬਕ ਮਿਲਿਆ ਨਹੀਂ ਵੀ ਉਹਨਾਂ ਨੇ ਸਾਨੂੰ ਇਕੱਲੇ ਵੱਖਵਾਦੀ ਕਰਕੇ, ਅੱਤਵਾਦੀ ਕਰਕੇ ਤੇ ਸਾਡੇ ਤੇ ਕਿੰਨਾ ਸਾਨੂੰ ਕੁੱਟਿਆ, ਕਿੰਨਾ ਲਹੂ ਲਹਾਨ ਕੀਤਾ ਸਾਰਾ ਕੁਛ। ਹੁਣ ਅਸੀਂ 21ਵੀਂ ਸਦੀ 'ਚ ਵੀ ਨਾ ਸਿੱਖੀਏ ਵੀ ਇਹ ਚੀਜ਼ਾਂ ਤੋਂ ਅਸੀਂ ਕਿਵੇਂ ਬਚ ਕੇ ਰਹਿਣਾ।
ਤੇ ਬਾਕੀ ਸਾਡੀ ਤਾਂ ਜਿਹੜੀ ਇਸ ਕਿਸਮ ਦੀ ਰਿਸਪੈਕਟ ਸੀ, ਇੱਜ਼ਤ ਸੀ, ਉਹ ਸਾਰੀ ਬਹਾਲ ਹੋ ਗਈ ਸੀ। ਸਾਨੂੰ ਸਾਰਿਆਂ ਨੇ ਲੀਡਰ ਮੰਨ ਲਿਆ ਸੀਗਾ ਪੰਜਾਬ ਤੋਂ ਬਾਹਰ ਵੀ। ਬਿਲਕੁਲ। ਹੁਣ ਅਸੀਂ ਫੇਰ ਉੱਥੇ ਆ ਗਏ। ਇਸ ਕਰਕੇ ਸਾਨੂੰ ਇਹ ਸੰਭਲ ਕੇ ਚੱਲਣ ਦੀ ਲੋੜ ਹੁੰਦੀ ਆ। ਤੇ ਅੱਜ ਦੇ ਯੁੱਗ ਦੇ ਵਿੱਚ ਤਾਂ ਸਾਡੀ ਜਿਹੜਾ ਨੈਰੇਟਿਵ ਬਣਦਾ, ਜਿਹੜੀ ਇਨਫੋਰਮੇਸ਼ਨ ਜਾਂਦੀ ਹੈ, ਇਨਫੋਰਮੇਸ਼ਨ ਨੂੰ ਕਿਵੇਂ ਕੰਟਰੋਲ ਕਰਨਾ, ਕਿਵੇਂ ਸਹੀ ਪੇਸ਼ ਕਰਨਾ, ਇਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਹਥਿਆਰਾਂ ਨਾਲੋਂ ਵੱਡੀ ਲੜਾਈ ਇਹ ਹੈ। ਸੁਪਰੀਮ ਕੋਰਟ ਨੇ ਵੀ ਸਰ ਇਸ ਅੰਦੋਲਨ ਦੇ ਅੱਗੇ ਜਿਹੜੇ ਨੇ ਹੱਥ ਨੇ ਉਹ ਖੜੇ ਕਰ ਦਿੱਤੇ ਸਨ। ਕੇਂਦਰ ਸਰਕਾਰ ਸੁਪਰੀਮ ਕੋਰਟ ਕੋਲ ਪਹੁੰਚ ਕਰਦੀ ਹੈ ਤੇ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਵੀ ਝਾੜ ਪਾਉਂਦੀ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਕਿਸਾਨ ਜਿਹੜਾ ਹੈ ਅੰਦੋਲਨ ਕਰ ਸਕਦੇ ਨੇ, ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਹੋ ਰਿਹਾ ਹੈ। ਪਰ ਲਾਲ ਕਿਲ੍ਹੇ 'ਚ ਹੋਈ ਹਿੰਸਾ ਤੋਂ ਬਾਅਦ ਇੱਕ ਵਾਰ ਫਿਰ ਜਿਹੜੀ ਪਟੀਸ਼ਨ ਹੈ ਸੁਪਰੀਮ ਕੋਰਟ 'ਚ ਜਾਂਦੀ ਹੈ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਅਜਿਹੇ ਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਰੁਖ ਕੀ ਹੋਏਗਾ? ਦੇਖੋ, ਪਹਿਲੀ ਗੱਲ ਤਾਂ ਕਲੀਅਰ ਆ ਵੀ ਕੋਈ ਹਿੰਸਾ ਨਹੀਂ ਹੋਈ ਲਾਲ ਕਿਲ੍ਹੇ ਦੇ ਵਿੱਚ, ਪਰ ਉਹਨਾਂ ਨੇ ਪ੍ਰੋਜੈਕਟ ਨੂੰ ਹਿੰਸਾ ਦੇ ਲੈਵਲ ਤੇ ਕੀਤਾ। ਤਿਰੰਗੇ ਦੀ ਕੋਈ ਬੇਹਰਮਤੀ ਨਹੀਂ ਹੋਈ। ਫਿਰ ਸਭ ਨੇ ਰਿਸਪੈਕਟ ਕੀਤੀ ਹੈ, ਪਰ ਉਹ ਪੇਸ਼ ਕਰਨਗੇ ਕਿਉਂਕਿ ਉਹਨਾਂ ਨੂੰ ਮੌਕਾ ਮਿਲ ਗਿਆ। ਇਸ ਕਰਕੇ ਸਾਨੂੰ ਜਿਹੜੀਆਂ ਬਾਹਰੋਂ ਆਉਂਦੀਆਂ ਹੁੰਦੀਆਂ ਸੀ, ਤੁਸੀਂ ਲਾਲ ਕਿਲ੍ਹੇ ਤੇ ਝੰਡਾ ਖੜਾ ਦਿਓ, ਕੈਨੇਡਾ ਤੋਂ ਅਮਰੀਕਾ ਤੋਂ ਲੋਕ ਕਹਿੰਦੇ ਹੁੰਦੇ ਸੀਗੇ, ਉਹ ਇਸੇ ਕਰਕੇ ਗਲਤ ਹੁੰਦਾ ਸੀ ਵੀ ਨਹੀਂ ਕਰਨਾ ਚਾਹੀਦਾ ਤੁਹਾਨੂੰ, ਇਹਦੇ ਚੋਂ ਨਿਕਲਦਾ ਕੁਛ ਨਹੀਂ ਤੁਸੀਂ। ਫਿਰ ਤੁਸੀਂ ਸਪਾਰੀ ਪੈਸੇ ਕਹਿੰਦੇ ਹੋ, ਲਓ ਜੀ ਆਹ ਜਾ ਕੇ ਕਰੂਣ ਮੈਂ ਇੰਨੇ ਪੈਸੇ ਦਿਓ। ਇਹ ਜਿਹੀਆਂ ਜਿਹੜੀਆਂ ਗੈਰ ਜ਼ਿੰਮੇਵਾਰ ਬਿਆਨਬਾਜ਼ੀ ਹੈ, ਇਹ ਤਾਂ ਬਿਲਕੁਲ ਹੀ ਐਂ ਲੱਗਦਾ ਵੀ ਜਿਵੇਂ ਸਰਕਾਰ ਵੱਲੋਂ ਹੀ ਸਾਰਾ ਕੁਝ ਉੱਧਰੋਂ ਵਾਪਸ ਹੋ ਕੇ ਆਇਆ ਹੋਵੇ। ਤੇ ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ। ਸਰ, ਹਰੇਕ ਬੰਦੇ ਦੀ ਭਾਵਨਾ ਹੁਣ ਕਿਸਾਨੀ ਅੰਦੋਲਨ ਦੇ ਨਾਲ ਜੁੜ ਗਈ ਸੀ। ਇੱਕ ਕਾਮਨ ਸਵਾਲ ਹੈ ਕਿ ਹੁਣ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਜਿਹੜੀ ਸਿਚੁਏਸ਼ਨ ਹੈ ਬਣ ਗਈ ਹੈ। ਹੁਣ ਕਿਸਾਨੀ ਅੰਦੋਲਨ ਦੇ ਨਾਲ ਜਿਹੜੇ ਦਿਲ ਤੋਂ ਜੁੜੇ ਹੋਏ ਲੋਕ ਸੀ, ਬਹੁਤ ਸਾਰਿਆਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਹਰਟ ਹੋਈਆਂ ਨੇ ਔਰ ਹੁਣ ਇਸ ਅੰਦੋਲਨ ਤੋਂ ਉਮੀਦਾਂ ਕੀ ਰੱਖੀਆਂ ਜਾਣ? ਦੇਖੋ, ਅੰਦੋਲਨ ਚੱਲੇਗਾ, ਅਜੇ ਚੱਲੇਗਾ, ਪਰ ਅੰਦੋਲਨ ਨੂੰ ਬਹੁਤ ਜ਼ਿਆਦਾ ਹੋਰ ਕੁਰਬਾਨੀਆਂ ਦੇਣੀਆਂ ਪੈਣੀਆਂ, ਹੋਰ ਤਕਲੀਫਾਂ ਝੱਲਣੀਆਂ ਪੈਣਗੀਆਂ। ਜਿਹੜਾ ਉਤਸ਼ਾਹ ਸੀ ਉਹਦੇ ਵਿੱਚ ਇੱਕਦਮ ਮੱਠਾ ਪੈ ਗਿਆ, ਨਿਰਾਸ਼ਤਾ ਹੋ ਗਈ ਹੈ, ਉਸ ਨੂੰ ਦੁਬਾਰਾ ਲੜਨ ਲਈ ਕਿਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਜਿਵੇਂ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਜਿਹੜੀਆਂ ਹੋਈਆਂ ਸੀ, ਜਦੋਂ ਮੁਦਕੀ ਦੀ ਤੇ ਸਭਰਾਵਾਂ ਦੀ ਜੰਗ 'ਚੋਂ ਸਿੱਖ ਨਿਰਾਸ਼ ਹੋਏ ਸੀ ਤੇ ਉਦੋਂ ਹੋਰ ਵੀ ਤਕੜੇ ਹੋ ਕੇ ਬਾਹਰ ਲੜਨ ਦੀ ਗੱਲ ਕੀਤੀ। ਇਸ ਕਰਕੇ ਸਾਨੂੰ ਸ਼ਾਹ ਮੁਹੰਮਦ ਵਾਲੀ ਗੱਲ ਨੂੰ ਕੁਛ ਅਕਲ ਦਾ ਇਲਾਜ ਨਹੀਂ ਕਰਨਾ ਪਏਗਾ। ਅਸੀਂ ਅਕਲ ਦਾ ਇਲਾਜ ਇਹ ਹੈ ਵੀ ਅਸੀਂ ਅੱਜ ਯੁੱਗ ਜਿਹੜੇ 'ਚ ਰਹਿ ਰਹੇ ਹਾਂ, ਅਸੀਂ ਉਹਦੇ 'ਚ 300 ਸਾਲ ਪੁਰਾਣੀਆਂ ਗੱਲਾਂ ਨਹੀਂ ਕਰ ਸਕਦੇ। ਉੱਥੇ ਭਾਵਨਾ ਅਸੀਂ ਉਦੋਂ ਲੈ ਸਕਦੇ ਹਾਂ ਲਾਲ ਕਿਲ੍ਹੇ ਉੱਤੇ ਕਬਜ਼ੇ ਦੀ ਜਾਂ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਦੀ, ਤੇ ਭਾਵਨਾ ਨੂੰ ਕਿਵੇਂ ਇੱਥੇ ਲਿਆ ਕੇ ਅੱਜ ਦੇ ਯੁੱਗ 'ਚ ਲਾਗੂ ਕਰਨਾ ਹੈ, ਉਹਦੇ ਲਈ ਸਾਰਾ ਤੌਰ ਤਰੀਕਾ ਅੱਜ ਦੀ ਮਾਡਰਨ ਪੋਲਿਟਿਕਸ ਬਿਲਕੁਲ ਡਿਫਰੈਂਟ ਹੈ। ਤੇ ਉਹ ਧੱਕੇ ਵਾਲੀ ਕਿਰਪਾਨ ਵਾਲੀ ਪੋਲਿਟਿਕਸ ਨਹੀਂ ਰਹੀ। ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਸਾਰੇ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਇਹੋ ਜਿਹੀਆਂ ਸਲਾਹਾਂ ਦਿੰਦੇ ਸੀਗੇ ਕਿ ਤੁਸੀਂ ਉੱਥੇ ਡੈਮੋਕ੍ਰੈਟਿਕ ਪੋਲਿਟਿਕਸ ਕਿਵੇਂ ਕਰਦੇ ਹੋ ਆਪਦੇ ਦੇਸ਼ਾਂ ਦੇ ਵਿੱਚ, ਤਾਂ ਬਿਲਕੁਲ ਤੁਸੀਂ ਕੋਈ ਵੀ ਕਾਨੂੰਨ ਤੋੜਨ ਦੀ ਗੱਲ ਨਹੀਂ ਕਰਦੇ। ਇਸ ਕਿਸਮ ਨਾਲ ਬੜਾ ਬਚ ਕੇ ਕਰਦੇ ਹੋ। ਕਿਵੇਂ ਆਪਦਾ ਇਮੇਜ ਆ ਜਿਹੜਾ ਬਿਲਡ ਕਰਕੇ ਰੱਖਦੇ ਹੋ, ਇਮੇਜ ਤੁਹਾਡਾ ਥੋੜਾ ਜਿਹਾ ਇਮੇਜ ਖਰਾਬ ਹੋ ਜਾਏ, ਤੁਹਾਡੀ ਪੋਲਿਟਿਕਸ ਖਰਾਬ ਹੋ ਜਾਂਦੀ, ਤੁਸੀਂ ਥੱਲੇ ਭੁੱਜੇ ਡਿੱਗ ਪੈਂਦੇ ਹੋ। ਤੋ ਇਸ ਕਰਕੇ ਤੁਸੀਂ ਇੱਥੇ ਵੀ ਸਾਰੀ ਜਿਹੜਾ ਅੰਦੋਲਨ ਦਾ ਇਮੇਜ ਹੈ ਨਾ ਉਹ ਬਰਕਰਾਰ ਹੈ, ਉਹਦਾ ਸਾਰਾ ਇਸ ਕਦਮ ਦਾ ਰੱਖਣਾ ਪਏਗਾ। ਸਰ, ਆਪਾਂ ਪਹਿਲਾਂ ਮੈਂ ਵੀ ਪੰਜਾਬ ਦੇ ਹਾਂ ਔਰ ਆਪਾਂ ਵੀ ਪੰਜਾਬੀ ਹਾਂ। ਭਾਵਨਾਵਾਂ ਜ਼ਰੂਰ ਹੁੰਦੀਆਂ ਨੇ ਪੰਜਾਬੀਆਂ ਦੀਆਂ ਕਿਤੇ ਨਾ ਕਿਤੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲਾਲ ਕਿਲ੍ਹੇ ਦੇ ਨਾਮ 'ਤੇ ਭਾਵਨਾਵਾਂ ਜ਼ਰੂਰ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਪਰ ਜਦੋਂ ਲੜਾਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਸੀ, ਮੰਗ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਸੀ, ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਖਾਮੀਆਂ ਜ਼ਰੂਰ ਨਜ਼ਰ ਆਈਆਂ ਨੇ ਕਿ ਧਾਰਮਿਕ ਰੰਗਤ ਅੰਦੋਲਨ ਨੂੰ ਦਿੱਤੀ ਗਈ, ਧਾਰਮਿਕ ਨਾਅਰੇ ਜ਼ਰੂਰ ਲਗਾਏ ਗਏ। ਫਿਰ ਭਾਵੇਂ ਉਹ ਕੇਸਰੀ ਨਿਸ਼ਾਨ ਸਾਹਿਬ ਜਦੋਂ ਲਾਲ ਕਿਲ੍ਹੇ 'ਤੇ ਗਏ ਨੇ ਤਾਂ ਰੌਲਾ ਤਾਂ ਸਿਰਫ ਕਿਸਾਨੀ ਮਸਲੇ ਦਾ ਸੀ, ਝੰਡਾ ਤਾਂ ਕਿਸਾਨੀ ਦਾ ਸੀ। ਅਸੀਂ ਸਾਰੇ ਇਕੱਠੇ ਹੋ ਕੇ ਆਪਣੀਆਂ ਸਾਰੀਆਂ ਲੜਾਈਆਂ ਇੱਕ ਅੰਦੋਲਨ ਦੇ ਵਿੱਚ ਕਿਉਂ ਪਾ ਦਿੰਦੇ ਹਾਂ? ਦੇਖੋ, ਅੰਦੋਲਨ ਤਾਂ ਹੀ ਤਕੜਾ ਬਣਿਆ ਵੀ ਜੇ ਅਸੀਂ ਸਾਡੇ ਵਿੱਚ ਇੱਕ ਸਿੱਖਾਂ ਦੇ ਵਿੱਚ ਤੇ ਕਾਮਰੇਡਾਂ ਦੇ ਵਿੱਚ, ਕਮਿਊਨਿਸਟਾਂ ਦੇ ਵਿੱਚ, ਉਹ ਵੀ ਸਿੱਖਾਂ ਦੇ ਮੁੰਡੇ ਹੀ ਆ ਬਹੁਤੇ, ਸਿੱਖਾਂ 'ਚੋਂ ਹੀ ਆ ਬਹੁਤੇ, ਉਹਨਾਂ ਦੇ ਵਿੱਚ ਪਾੜਾ ਬਹੁਤ ਲੰਬਾ ਸੀ 30 ਸਾਲ ਦਾ। ਉਹ ਪਾੜੇ ਨੂੰ ਦਿੱਲੀ ਨੇ ਬਹੁਤ ਜ਼ਿਆਦਾ ਵਰਤਿਆ। ਉਹ ਪਾੜਾ ਹੁਣ ਮਿਟ ਗਿਆ ਸੀ ਕਾਫੀ ਸਾਲਾਂ 'ਚ। ਤੇ ਇਸੇ ਕਰਕੇ ਜਿਹੜੇ ਲੈਫਟ ਵਾਲੇ ਲੀਡਰ ਸੀ ਜਾਂ ਲਾਲ ਝੰਡਾ ਲਈ ਜਾਂਦੇ ਸੀ, ਉਹਦੇ ਪਿੱਛੇ ਅਮਰਧਾਰੀ ਸਿੱਖ ਵੀ ਉਸ ਵਰਕਰ ਦੇ ਲੈਵਲ ਤੇ ਤੁਰੇ ਜਾਂਦੇ ਸੀ ਪਿੱਛੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਇਹਦਾ ਮਤਲਬ ਹੋਇਆ ਵੀ ਖੱਬੇ ਤੇ ਸੱਜੀ ਜਿਹੜੀ ਸਿਆਸਤ ਸੀਗੀ, ਕਮਿਊਨਿਸਟ ਸਿਆਸਤ ਤੇ ਸਿੱਖ ਸਿਆਸਤ, ਦੋਨਾਂ ਦਾ ਸੁਮੇਲ ਹੋ ਗਿਆ ਸੀ। ਦੋਨਾਂ ਦੇ ਸਰੋਕਾਰ ਹੈ ਹੀ ਸਾਂਝੇ, ਦੋਨਾਂ ਦਾ ਆਪਸ ਵਿੱਚ ਬਹੁਤ ਕੁਝ ਮੇਲ ਹੈ। ਇਹ ਸਰੋਕਾਰ ਸਾਂਝੇ ਹੋਣ ਕਰਕੇ ਤਾਂ ਅੰਦੋਲਨ ਐਡਾ ਵੱਡਾ ਖੜਾ ਹੋਇਆ ਸੀ। ਹੁਣ ਫੇਰ ਉਹ ਸਰਕਾਰ ਨੂੰ ਮੌਕਾ ਮਿਲ ਗਿਆ ਵੀ ਅੱਡ ਅੱਡ ਕਰਦੇ।
ਇਸ ਕਰਕੇ ਹੁਣ ਇੱਥੇ ਕਈ ਜਿਹੜੇ ਸਿੱਖਾਂ ਦੇ ਵਿਰੁੱਧ ਉੱਥੋਂ ਦੇ ਲੈਫਟ ਆਰਗੇਨਾਈਜੇਸ਼ਨਾਂ ਜਿਹੜੀਆਂ ਕਿਸਾਨ ਆਰਗੇਨਾਈਜੇਸ਼ਨ ਹੈ ਜਿਹੜੇ ਖੱਬੀਆਂ ਪੱਖੀ ਉਹਨਾਂ ਨੇ ਕਈ ਬਿਆਨਬਾਜ਼ੀਆਂ ਦਿੱਤੀਆਂ। ਇਹ ਇੱਥੇ ਪੰਜਾਬ ਦੇ ਵਿੱਚ ਆਪਦੇ ਕਈ ਗੁੱਟ ਬਣਾਉਂਦੇ ਆ ਵੀ ਅਸੀਂ ਬਦਲਾ ਲਵਾਂਗੇ, ਹੁਣ ਅਸੀਂ ਬੰਦੇ ਇਕੱਠੇ ਕਰਕੇ ਭੇਜਾਂਗੇ। ਇਸ ਕਿਸਮ ਦੀ ਫਜ਼ੂਲ ਗੱਲ ਨਹੀਂ ਕਰਨੀ ਚਾਹੀਦੀ। ਜੇ ਇੱਕ ਗੱਲ ਬਿਲਕੁਲ ਯਾਦ ਰੱਖਣੀ ਚਾਹੀਦੀ ਹੈ ਸਾਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ, ਜੇ ਆਹ ਕਿਸਾਨ ਅੰਦੋਲਨ ਫੇਲ ਹੋ ਗਿਆ ਤਾਂ ਫਿਰ ਇੱਥੇ ਸਿੱਖ ਕਿਸਾਨੀ ਰਹਿਣੀ ਨਹੀਂ। ਤੇ ਇੱਥੇ ਜਿਹੜਾ ਸਿੱਖ ਵੇ ਆਫ ਲਾਈਫ ਹੈ, ਜਿਹੜਾ ਸਿੱਖਾਂ ਦੀ ਰਹਿਣ ਸਹਿਣ ਤੇ ਰਹਿਤ ਹੈ ਸਾਰੀ, ਜਾਂ ਸਿੱਖੀ ਦਾ ਜਿਹੜਾ ਇੱਥੇ ਪੂਰਾ ਫੈਲਾਅ ਹੋਇਆ ਉਹਦੇ ਤੇ ਵੀ ਅਸਰ ਪਊਗਾ, ਉਹਦੇ ਤੇ ਪੂਰਾ ਅਸਰ ਪੈਣਾ। ਸਿੱਖੀ ਨਹੀਂ ਰਹਿਣੀ ਜੇ ਇੱਥੇ ਅਦਾਨੀ ਅਵਾਨੀ ਦਾ ਰਾਜ ਹੋ ਗਿਆ, ਸਾਰਾ ਕਾਰਪੋਰੇਟ ਦਾ ਰਾਜ ਹੋ ਗਿਆ। ਇਸ ਕਰਕੇ ਸਾਡਾ ਪਹਿਲਾ ਫਰਜ਼ ਇਹ ਬਣਦਾ ਵੀ ਅਸੀਂ ਜਿਹੜੀ ਛੋਟੀ ਸਿੱਖ ਕਿਸਾਨੀ ਉਹਨੂੰ ਬਚਾਈਏ, ਅਸੀਂ ਦਲਤਾਂ ਨੂੰ ਵੀ ਬਚਾਈਏ। ਜਿਹੜੇ ਸਿੱਖ ਦਲਤ ਆ ਸਾਥੋਂ ਟੁੱਟ ਰਹੇ ਆ, ਪਾਸੇ ਆ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ। ਅਸੀਂ ਸਿੱਖੀ ਦੇ ਜੇ ਸਹੀ ਜ਼ਿਆਦਾ ਉਹਦੇ ਲਈ ਕੰਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਇਹ ਅੰਦੋਲਨ ਕਾਮਯਾਬ ਹੋਵੇ। ਇਹਦੇ ਵਿੱਚ ਕੋਈ ਵੀ ਇਸ ਕਿਸਮ ਦਾ ਕੰਮ ਨਾ ਕਰੀਏ, ਵਿਗੜ ਨਾ ਪਾਈਏ ਜਿਹਦੇ ਨਾਲ ਇਹਦੀ ਇਮੇਜ ਖਰਾਬ ਹੋਵੇ, ਇਹਦੀ ਬਾਹਰ ਲੋਕਾਂ ਵਿੱਚ ਇਹ ਜਾਵੇ ਵੀ ਇਹ ਤਾਂ ਆਪਣੇ ਆਪ 'ਚ ਹਿੰਸਕ ਹੈ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਸ ਸਾਡੇ ਨਾਲ ਜਸਪਾਲ ਸਿੱਧੂ ਜਿਹੜੇ ਕਿ ਸੀਨੀਅਰ ਪੱਤਰਕਾਰ ਵੀ ਨੇ ਔਰ ਕਿਸਾਨੀ ਅੰਦੋਲਨ ਦੇ ਨਾਲ ਵੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਅਸੀਂ ਗੱਲਬਾਤ ਕੀਤੀ ਹੈ ਕਿ ਕਿਸਾਨੀ ਅੰਦੋਲਨ ਹੁਣ ਹਰੇਕ ਜਨ ਦਾ ਬੱਚੇ ਦਾ ਅੰਦੋਲਨ ਬਣ ਚੁੱਕਿਆ ਹੈ। ਇਸ ਅੰਦੋਲਨ ਤੋਂ ਬਹੁਤ ਸਾਰੀਆਂ ਉਮੀਦਾਂ ਸਨ। ਡੁੱਬਦੀ ਕਿਸਾਨੀ ਦੇ ਲਈ ਇੱਕ ਆਸ ਦੀ ਕਿਰਨ ਜ਼ਰੂਰ ਬਣਦਾ ਜਾ ਰਿਹਾ ਸੀ ਇਹ ਕਿਸਾਨ ਅੰਦੋਲਨ। ਹਾਲਾਂਕਿ ਕੁਝ ਰੁਕਾਵਟਾਂ ਰਸਤੇ ਦੇ ਵਿੱਚ ਆਈਆਂ ਨੇ ਔਰ ਥੋੜ੍ਹੀ ਰਫ਼ਤਾਰ ਧੀਮੀ ਜ਼ਰੂਰ ਹੋਈ ਹੈ, ਪਰ ਹਨੇਰਾ ਨਹੀਂ ਹੋਇਆ, ਸੂਰਜ ਓਲੇ ਹੋਇਆ। ਸਵੇਰ ਜ਼ਰੂਰ ਚੜ੍ਹੇਗੀ। ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।